ਦੋਸਤੋ, ਇਹ ਕਹਾਣੀ ਮੇਰੀ ਤੇ ਮੇਰੀ ਮਾਲਕਣ ਦੀ ਹੈ। ਜਦੋਂ ਮੀਂਹ ਪੈਂਦਾ ਤਾਂ ਮਾਲਕਣ ਮੈਨੂੰ ਆਪਣੇ ਕਮਰੇ ਵਿੱਚ ਬੁਲਾ ਲੈਂਦੀ। ਮੈਂ ਇਸ ਦੀ ਵਜ੍ਹਾ ਪੁੱਛਦਾ ਤਾਂ ਪਰਸ ਵਿੱਚੋਂ ਕੱਢ ਕੇ ਮੈਨੂੰ ਬਹੁਤ ਸਾਰੇ ਪੈਸੇ ਦੇ ਦਿੰਦੀ ਤੇ ਬਾਜ਼ਾਰ ਨੂੰ ਭੇਜ ਦਿੰਦੀ। ਮੈਂ ਤੇਜ਼ ਸਾਈਕਲ ਚਲਾਉਂਦਾ ਤੇ ਮਾਲਕਣ ਦੇ ਕੰਮ ਤੇ ਨਿਕਲ ਜਾਂਦਾ। ਇੱਕ ਰਾਤ ਅਚਾਨਕ ਹੀ ਤੇਜ਼ ਮੀਂਹ ਸ਼ੁਰੂ ਹੋ ਗਿਆ। ਮਾਲਕਣ ਨੇ ਮੈਨੂੰ ਦੁੱਧ ਦਾ ਗਿਲਾਸ ਫੜਾ ਕੇ ਕਹਿਣ ਲੱਗੀ ਕਿ ਚੱਲ ਸੋ ਜਾ। ਉਸ ਰਾਤ ਮੇਰੇ ਹੋਸ਼ ਉੱਡ ਗਏ। ਮਾਲਕਣ ਨੇ ਮੇਰੇ ਨਾਲ। ਦੋਸਤੋ, ਸਾਰੀ ਕਹਾਣੀ ਤੁਹਾਨੂੰ ਖੁੱਲ੍ਹ ਕੇ ਦੱਸਦਾ ਹਾਂ। ਮੈਂ ਇੱਕ ਪਿੰਡ ਵਿੱਚ ਇੱਕ ਔਰਤ ਦੇ ਘਰ ਨੌਕਰੀ ਕਰਦਾ ਸੀ। ਮੇਰੀ ਮਾਲਕਣ ਦਾ ਪਿੰਡ ਵਿੱਚ ਬਹੁਤ ਵੱਡਾ ਘਰ ਸੀ। ਵਿਹੜਾ ਵੀ ਵੱਡਾ ਤੇ ਕੱਚਾ ਸੀ। ਮੈਂ ਸਾਈਕਲ ਤੇ ਹੀ ਮਾਲਕਣ ਦੇ ਸਾਰੇ ਕੰਮ ਕਰਦਾ ਸੀ। ਘਰ ਦੇ ਸਾਰੇ ਕੰਮ ਉਹ ਮੇਰੇ ਤੋਂ ਕਰਵਾਉਂਦੀ ਸੀ। ਬਾਜ਼ਾਰ ਵਿੱਚ ਸੌਦਾ ਲਿਆਉਣਾ ਜਾਂ ਕੋਈ ਹੋਰ ਜ਼ਰੂਰੀ ਵਸਤੂ ਲਿਆਉਣੀ ਮੇਰੀ ਜ਼ਿੰਮੇਵਾਰੀ ਸੀ। ਮੇਰੀ ਮਾਲਕਣ ਦੀ ਮੈਨੂੰ ਇੱਕ ਗੱਲ ਬਿਲਕੁਲ ਵੀ ਸਮਝ ਨਹੀਂ ਆਉਂਦੀ ਸੀ। ਉਹ ਇਕੱਲੀ ਘਰ ਵਿੱਚ ਹੀ ਰਹਿੰਦੀ। ਰਾਤ ਦੇ 12 ਵਜੇ ਤੋਂ ਬਾਅਦ ਉਹ ਮੈਨੂੰ ਕਹਿੰਦੀ ਕਿ ਆਪਣੇ ਕਮਰੇ ਤੋਂ ਬਾਹਰ ਨਾ ਆਉਣਾ। ਉਸ ਦੀ ਇਹ ਗੱਲ ਮੈਨੂੰ ਹੈਰਾਨ ਕਰਦੀ ਸੀ। ਮੈਂ ਭਲਾ ਆਪਣੇ ਕਮਰੇ 'ਚੋਂ ਕਿਉਂ ਨਾ ਬਾਹਰ ਨਿਕਲਦਾ। ਖੈਰ, ਮੈਂ ਕੀ ਕਰਨਾ ਸੀ। ਮੈਨੂੰ ਮਾਲਕਣ ਬਹੁਤ ਚੰਗੇ ਪੈਸੇ ਦੇ ਰਹੀ ਸੀ, ਇਸ ਲਈ ਮੈਂ ਮਾਲਕਣ ਦੀ ਕੋਈ ਵੀ ਗੱਲ ਟਾਲ ਮਟੋਲ ਨਹੀਂ ਕਰਦਾ ਸੀ। ਮੈਂ ਇੱਥੇ ਪੈਸੇ ਕਮਾਉਣ ਲਈ ਆਇਆ ਸੀ। ਮੇਰੀ ਮੰਗਣੀ ਆਪਣੇ ਚਾਚਾ ਦੇ ਸਾਲੇ ਦੀ ਬੇਟੀ ਨਾਲ ਹੋਈ ਸੀ। ਉਸਨੇ ਮੈਨੂੰ ਕਿਹਾ ਸੀ ਕਿ 2 ਸਾਲ ਦੇ ਅੰਦਰ ਅੰਦਰ ਜੇ ਤੂੰ 5 ਲੱਖ ਦੀ ਰਕਮ ਜਮ੍ਹਾਂ ਨਾ ਕੀਤੀ, ਮੈਂ ਆਪਣੀ ਬੇਟੀ ਦਾ ਵਿਆਹ ਕਿਸੇ ਹੋਰ ਨਾਲ ਕਰ ਦਿਆਂਗਾ। ਕਿਉਂਕਿ ਮੈਂ ਸ਼ੁਰੂ ਤੋਂ ਹੀ ਮਸਤ ਮੌਲਾ ਖਿਆਲ ਦਾ ਇਨਸਾਨ ਸੀ। ਮਿਹਨਤ ਕਰਨ ਵਾਲੇ ਕੰਮਾਂ ਵਿੱਚ ਮੇਰੀ ਜਾਨ ਨਿਕਲ ਜਾਂਦੀ ਸੀ। ਇਸ ਲਈ ਮਾਂ ਦੇ ਸਾਰੇ ਗਹਿਣੇ ਵੇਚ ਕੇ ਮੈਂ ਪਿੰਡ ਆ ਗਿਆ। ਥੋੜ੍ਹੇ ਜਿਹੇ ਕੰਮ ਦੇ ਵੀ ਬਹੁਤ ਚੰਗੇ ਪੈਸੇ ਮਿਲ ਜਾਂਦੇ ਸੀ। ਪਹਿਲਾਂ ਤਾਂ ਬੜੀ ਮੁਸ਼ਕਿਲ ਨਾਲ ਮੈਨੂੰ ਨੌਕਰੀ ਮਿਲੀ। ਪੈਸੇ ਵੀ ਘੱਟ ਸੀ, ਲੇਕਿਨ ਮਾਲਕਣ ਨੇ ਮੈਨੂੰ ਆਪਣੀ ਨੌਕਰੀ ਤੇ ਰੱਖ ਲਿਆ। ਨਾ ਤਾਂ ਮੈਂ ਪੜ੍ਹਿਆ ਲਿਖਿਆ ਸੀ ਤੇ ਨਾ ਹੀ ਮਿਹਨਤੀ ਸੀ। ਇਸ ਲਈ ਮੈਨੂੰ ਮਾਲਕਣ ਦਾ ਕੰਮ ਬਹੁਤ ਪਸੰਦ ਆਇਆ। ਘਰ ਦਾ ਥੋੜ੍ਹਾ ਜਿਹਾ ਕੰਮ ਕਰਨਾ ਸੀ ਤੇ ਬਾਜ਼ਾਰ ਦਾ ਇੱਕ ਅੱਧਾ ਚੱਕਰ ਲਗਾਉਣਾ ਸੀ। ਤਨਖਾਹ ਵੀ ਚੰਗੀ ਸੀ, ਪਰ ਮਾਲਕਣ ਦੀਆਂ ਕੁਝ ਗੱਲਾਂ ਮੈਨੂੰ ਅਜੀਬ ਲੱਗਦੀਆਂ ਸੀ। ਮਾਲਕਣ ਦਾ ਪਤੀ ਬਾਹਰਲੇ ਮੁਲਕ ਵਿੱਚ ਰਹਿੰਦਾ ਸੀ। ਮੈਂ ਪੁੱਛਿਆ ਸੀ ਕਿ ਉਹ ਵਾਪਸ ਕਦੋਂ ਆਉਣਗੇ। ਮਾਲਕਣ ਕਹਿਣ ਲੱਗੀ ਕਿ ਉਹ 5 ਸਾਲ ਤੱਕ ਵਾਪਸ ਨਹੀਂ ਆਉਣਗੇ। ਹੁਣੇ ਤਾਂ ਆਏ ਸੀ ਥੋੜ੍ਹੇ ਮਹੀਨੇ ਪਹਿਲਾਂ। ਮੈਂ ਚੁੱਪ ਹੋ ਗਿਆ। ਮੇਰੀ ਮਾਲਕਣ ਦੀ ਉਮਰ ਜ਼ਿਆਦਾ ਨਹੀਂ ਸੀ, ਬਸ 34 ਸਾਲ ਦੇ ਲਗਭਗ ਸੀ, ਪਰ ਮੈਨੂੰ ਕਦੇ-ਕਦੇ ਉਹ ਅਜੀਬ ਜਿਹੀ ਲੱਗਦੀ ਸੀ। ਰਾਤ ਦੇ 12 ਵਜੇ ਜਦੋਂ ਮੈਂ ਆਪਣੇ ਕੁਆਟਰ ਵਿੱਚ ਚਲਾ ਜਾਂਦਾ ਤਾਂ ਉਹ ਮੈਨੂੰ ਬਾਹਰੋਂ ਜਿੰਦਰਾ ਲਗਾ ਦਿੰਦੀ। ਮੈਨੂੰ ਬੜੀ ਹੈਰਾਨੀ ਹੁੰਦੀ ਕਿ ਮੇਰੇ ਕੁਆਟਰ ਨੂੰ ਜਿੰਦਰਾ ਕਿਉਂ ਲਗਾ ਦਿੰਦੀ ਆ। ਫਿਰ ਮੈਨੂੰ ਖਿਆਲ ਆਉਂਦਾ ਕਿ ਸ਼ਾਇਦ ਉਹਨਾਂ ਨੂੰ ਡਰ ਹੋਵੇ ਕਿ ਉਹ ਇਕੱਲੀ ਹੁੰਦੀ ਆ, ਇਸ ਲਈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਉਹ ਜਿੰਦਰਾ ਲਾ ਦਿੰਦੀ ਹੈ। ਲੇਕਿਨ ਇੱਕ ਦਿਨ ਤਾਂ ਸ਼ਾਮ ਨੂੰ ਹੀ ਮੇਰੀ ਮਾਲਕਣ ਨੇ ਮੈਨੂੰ ਕਮਰੇ ਵਿੱਚ ਜਾਣ ਲਈ ਕਿਹਾ। ਮੈਂ ਜਦੋਂ ਮਾਲਕਣ ਨੂੰ ਇਸ ਦੀ ਵਜ੍ਹਾ ਪੁੱਛੀ ਤਾਂ ਮਾਲਕਣ ਦਾ ਰੰਗ ਉੱਡ ਚੁੱਕਿਆ ਸੀ। ਕਹਿਣ ਲੱਗੀ, ਦੇਖ ਨਹੀਂ ਰਹੇ ਅਸਮਾਨ ਵਿੱਚ ਕਾਲੇ ਬਾਦਲ ਕਿੰਨੇ ਗਹਿਰੇ ਹੋ ਚੁੱਕੇ ਆ। ਮੈਂ ਵਿਹੜੇ ਦੇ ਇੱਕ ਪਾਸੇ ਖੜੇ ਹੋ ਕੇ ਅਸਮਾਨ ਵਿੱਚ ਦੇਖਿਆ ਤਾਂ ਬੱਦਲ ਵਾਕਿਆ ਗਹਿਰੇ ਹੋ ਰਹੇ ਸੀ। ਇਸ ਵਿੱਚ ਮੇਰਾ ਆਪਣੇ ਕਮਰੇ ਵਿੱਚ ਜਾਣ ਦਾ ਭਲਾ ਕੀ ਕਾਰਨ ਸੀ। ਮੈਂ ਮਾਲਕਣ ਨੂੰ ਕਿਹਾ, ਇਸ ਨਾਲ ਕੀ ਫਰਕ ਪੈਂਦਾ। ਤਾਂ ਮੈਂ ਕਿਹਾ, ਜਦੋਂ ਮੀਂਹ ਆ ਜਾਵੇਗਾ ਤਾਂ ਮੈਂ ਕਮਰੇ ਵਿੱਚ ਚਲਾ ਜਾਵਾਂਗਾ। ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ, ਲੇਕਿਨ ਬਹੁਤ ਪਰੇਸ਼ਾਨ ਸੀ। ਵਾਰ-ਵਾਰ ਅਸਮਾਨ ਨੂੰ ਦੇਖ ਰਹੀ ਸੀ, ਨਾਲ ਦੀ ਨਾਲ ਚੱਕਰ ਵੀ ਕੱਢ ਰਹੀ ਸੀ, ਆਪਣੇ ਉਂਗਲਾਂ ਦੇ ਪਟਾਕੇ ਪਾ ਰਹੀ ਸੀ। ਮੈਨੂੰ ਆਪਣੀ ਮਾਲਕਣ ਦੀ ਪਰੇਸ਼ਾਨੀ ਸਮਝ ਨਹੀਂ ਆ ਰਹੀ ਸੀ। ਆਖਿਰ ਉਸ ਦਾ ਮੀਂਹ ਨਾਲ ਕੀ ਮਸਲਾ ਸੀ। ਮੈਨੂੰ ਉਸ ਦੀ ਪਰੇਸ਼ਾਨੀ ਨਾਲ ਕੀ ਮਤਲਬ ਸੀ। ਕੁਝ ਦੇਰ ਬਾਅਦ ਮੀਂਹ ਸ਼ੁਰੂ ਹੋ ਗਿਆ ਤੇ ਫਿਰ ਮੀਂਹ ਦੀ ਰਫ਼ਤਾਰ ਤੇਜ਼ ਹੋਣ ਲੱਗੀ। ਜਿਵੇਂ-ਜਿਵੇਂ ਮੀਂਹ ਤੇਜ਼ ਹੋ ਰਿਹਾ ਸੀ, ਮਾਲਕਣ ਦਾ ਰੰਗ ਪੀਲਾ ਪੈ ਰਿਹਾ ਸੀ। ਉਹ ਬਹੁਤ ਪਰੇਸ਼ਾਨ ਸੀ। ਇਸ ਟਾਈਮ ਮੈਨੂੰ ਕੋਈ ਵੀ ਜ਼ਰੂਰੀ ਕੰਮ ਨਹੀਂ ਸੀ। ਮੈਂ ਸੋਚਿਆ ਕਿ ਚੱਲ ਮੀਂਹ ਦੇ ਪਾਣੀ 'ਚ ਨਹਾ ਲਵਾਂਗਾ। ਜਿਵੇਂ ਹੀ ਮੈਂ ਬਾਹਰ ਇੱਕ ਕੋਨੇ ਵਿੱਚ ਨਹਾਉਣ ਲਈ ਖੜਾ ਹੋਇਆ ਤਾਂ ਮੇਰੀ ਮਾਲਕਣ ਮੈਨੂੰ ਕਹਿਣ ਲੱਗੀ, ਤੂੰ ਇੱਥੇ ਖੜਾ ਕੀ ਕਰਦਾ। ਮੈਂ ਕਿਹਾ, ਮਾਲਕਣ, ਮੀਂਹ ਪੈ ਰਿਹਾ ਹੈ ਤੇ ਮੀਂਹ ਵਿੱਚ ਹਰ ਕੋਈ ਨਹਾਉਂਦਾ। ਤੁਹਾਨੂੰ ਡਰ ਲੱਗਦਾ ਤਾਂ ਤੁਸੀਂ ਆਪਣੇ ਕਮਰੇ ਵਿੱਚ ਚਲੇ ਜਾਓ। ਮਾਲਕਣ ਕਹਿਣ ਲੱਗੀ ਕਿ ਇੱਧਰ ਆ। ਉਹਨਾਂ ਨੇ ਮੈਨੂੰ ਆਪਣੇ ਕਮਰੇ ਦੇ ਵੱਲ ਜਾਣ ਦਾ ਇਸ਼ਾਰਾ ਕੀਤਾ।
ਇਹ ਗੱਲ ਮੇਰੇ ਲਈ ਕਾਫੀ ਹੈਰਾਨ ਕਰਨ ਵਾਲੀ ਸੀ, ਕਿਉਂਕਿ ਜਦੋਂ ਮੈਂ ਉਹਨਾਂ ਦੇ ਘਰ ਦਾ ਕੰਮ ਕਰ ਰਿਹਾ ਸੀ ਤਾਂ ਉਹਨਾਂ ਨੇ ਕਿਤੇ ਵੀ ਮੈਨੂੰ ਆਪਣੇ ਕਮਰੇ ਵਿੱਚ ਜਾਣ ਲਈ ਨਹੀਂ ਕਿਹਾ ਸੀ। ਮੈਂ ਹੌਲੀ ਹੌਲੀ ਚੱਲਦਾ ਹੋਇਆ ਮਾਲਕਨ ਦੇ ਕਮਰੇ ਵੱਲ ਵੱਧ ਗਿਆ। ਉਸਨੇ ਆਪਣੀ ਅਲਮਾਰੀ ਵਿੱਚੋਂ ਪੈਸੇ ਕੱਢ ਕੇ ਮੈਨੂੰ ਦੇਣ ਲੱਗੀ ਤੇ ਕਹਿਣ ਲੱਗੀ ਕਿ ਜਾ ਘਰ ਦਾ ਸਮਾਨ ਲੈ ਕੇ ਆ। ਮੈਂ ਕਿਹਾ, ਉਹ ਤਾਂ ਮੈਂ ਸਵੇਰੇ ਹੀ ਲੈ ਆਇਆ ਸੀ, ਮੈਂ ਹਰ ਚੀਜ਼ ਪਹਿਲਾਂ ਹੀ ਲਿਆ ਕੇ ਰੱਖੀ ਹੈ, ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜਿਸ ਦੀ ਕਮੀ ਹੋਵੇ, ਮੈਂ ਹੁਣ ਕੀ ਲੈ ਕੇ ਆਵਾਂ। ਮਾਲਕਨ ਕਹਿਣ ਲੱਗੀ ਕਿ ਅਜਿਹਾ ਕਰ, 1 ਹਫ਼ਤੇ ਦਾ ਰਾਸ਼ਨ ਲੈ ਆ। ਮੈਂ ਕਿਹਾ, ਇੰਨੇ ਮੀਂਹ ਵਿੱਚ ਤਾਂ ਉਹ ਰਾਸ਼ਨ ਦਾ ਸਮਾਨ ਭੇਜਿਆ ਜਾਵੇਗਾ। ਉਹ ਕਹਿਣ ਲੱਗੀ, ਮੇਰੇ ਪੈਸਿਆਂ ਦਾ ਸਮਾਨ ਹੀ ਭੇਜੇਗਾ, ਤੂੰ ਫਿਕਰ ਨਾ ਕਰ, ਤੂੰ ਬਸ ਜਾ। ਇੰਨੇ ਤੂਫਾਨੀ ਮੀਂਹ ਵਿੱਚ ਉਹ ਮੈਨੂੰ ਰਾਸ਼ਨ ਲਿਆਉਣ ਲਈ ਕਹਿ ਰਹੀ ਸੀ, ਜਿਸ ਵਿੱਚ ਦਾਲ, ਚਾਵਲ, ਆਟਾ ਸਭ ਕੁਝ ਬਰਬਾਦ ਹੋ ਜਾਂਦਾ। ਮੈਂ ਕਿਹਾ, ਮਾਲਕਨ, ਤੁਹਾਡੇ ਪੂਰੇ ਸਮਾਨ ਦਾ ਬੇੜਾ ਗਰਕ ਹੋ ਜਾਵੇਗਾ, ਇੰਨੀ ਤੇਜ਼ ਮੀਂਹ 'ਚ ਸਾਰਾ ਕੁਝ ਖਰਾਬ ਹੋ ਜਾਵੇਗਾ। ਉਹਨਾਂ ਨੇ ਮੈਨੂੰ ਇੱਕ ਪਲਾਸਟਿਕ ਦਾ ਮਜ਼ਬੂਤ ਲਿਫਾਫਾ ਦਿੱਤਾ ਤੇ ਕਹਿਣ ਲੱਗੀ ਕਿ ਇਹ ਫੜ, ਇਸ ਵਿੱਚ ਰਾਸ਼ਨ ਦਾ ਸਮਾਨ ਪਾ ਲਵੇਂ ਤੇ ਜਲਦੀ ਨਾਲ ਨਿਕਲ ਜਾ ਮੇਰੇ ਘਰ ਤੋਂ। 2 ਘੰਟਿਆਂ ਤੋਂ ਪਹਿਲਾਂ ਵਾਪਸ ਨਾ ਆਈ। ਪਤਾ ਨਹੀਂ ਮੈਨੂੰ ਅਹਿਸਾਸ ਕਿਉਂ ਹੋ ਰਿਹਾ ਸੀ ਕਿ ਮਾਲਕਨ ਮੈਨੂੰ ਘਰ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਸੀ। ਮੈਨੂੰ ਬਹੁਤ ਹੈਰਾਨੀ ਸੀ। ਮੈਂ ਪੈਸੇ ਫੜੇ ਤੇ ਜੇਬ ਵਿੱਚ ਪਾ ਲਏ ਤੇ ਬਾਹਰ ਚਲਾ ਗਿਆ। ਮੈਂ ਤਾਂ ਵੈਸੇ ਹੀ ਮੀਂਹ ਦਾ ਸ਼ੌਕੀਨ ਸੀ, ਇਸ ਲਈ ਸਾਈਕਲ ਤੇ ਬੈਠ ਕੇ ਮੀਂਹ ਦਾ ਮਜ਼ਾ ਲੈ ਰਿਹਾ ਸੀ ਤੇ ਰਾਸ਼ਨ ਦੀ ਦੁਕਾਨ ਤੇ ਪਹੁੰਚ ਗਿਆ। ਰਾਸ਼ਨ ਵਾਲੇ ਨੂੰ ਪੈਸੇ ਫੜਾਏ ਤੇ ਕਿਹਾ, ਦਾਲ, ਚਾਵਲ, ਆਟਾ ਜੋ ਕੁਝ ਵੀ ਹੈ ਉਹ ਸਭ ਦੇ ਦਿਓ। ਤੁਸੀਂ ਜਦੋਂ ਤੱਕ ਸਮਾਨ ਪੂਰਾ ਕਰਦੇ ਹੋ ਮੈਂ ਆਉਣਾ, ਮੈਨੂੰ ਕੋਈ ਜਲਦੀ ਨਹੀਂ, ਚਾਹੇ ਤੁਸੀਂ 2 ਘੰਟੇ ਲਾ ਕੇ ਸਮਾਨ ਪੈਕ ਕਰ ਦੇਣਾ। ਮੇਰੀ ਗੱਲ ਸੁਣ ਕੇ ਉਹ ਹੈਰਾਨੀ ਨਾਲ ਮੈਨੂੰ ਦੇਖਣ ਲੱਗਿਆ ਤੇ ਮੈਂ ਮੀਂਹ ਵਿੱਚ ਨਹਾਉਂਦੇ ਬੱਚਿਆਂ ਨਾਲ ਮਿਲ ਕੇ ਆਪ ਵੀ ਨਹਾਉਣ ਲੱਗਿਆ। ਹਾਲਾਂਕਿ ਮੇਰੀ ਉਮਰ 22-24 ਸਾਲ ਦੀ ਸੀ, ਲੇਕਿਨ ਮੀਂਹ ਵਿੱਚ ਨਹਾਉਣ ਦਾ ਮੈਨੂੰ ਬੜਾ ਸ਼ੌਂਕ ਸੀ। ਗਲੀ ਵਿੱਚ ਬੱਚੇ ਨਹਾ ਰਹੇ ਸੀ ਤੇ ਨਾਲ ਹੀ ਫੁੱਟਬਾਲ ਖੇਡ ਰਹੇ ਸੀ। ਮੈਂ ਵੀ ਉਹਨਾਂ ਦੇ ਨਾਲ ਹੀ ਫੁੱਟਬਾਲ ਖੇਡਣ ਲੱਗਿਆ। ਪੂਰੇ 2-2.5 ਘੰਟੇ ਬਾਅਦ ਜਦੋਂ ਮੀਂਹ ਕਾਫੀ ਹੱਦ ਤੱਕ ਘਟ ਗਿਆ ਤਾਂ ਮੈਂ ਸਮਾਨ ਲੈ ਕੇ ਘਰ ਵਾਪਸ ਆ ਗਿਆ। ਸਮਾਨ ਤਾਂ ਬਚ ਗਿਆ, ਲੇਕਿਨ ਜਦੋਂ ਤੱਕ ਘਰ ਪਹੁੰਚਿਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ। ਮਾਲਕਨ ਵਿਹੜੇ ਵਿੱਚ ਬੈਠੀ ਰੋ ਰਹੀ ਸੀ। ਮੈਨੂੰ ਤਾਂ ਉਸ ਦੇ ਰੋਣ ਦੀ ਵਜ੍ਹਾ ਸਮਝ ਨਹੀਂ ਆ ਰਹੀ ਸੀ। ਜਦੋਂ ਮੈਂ ਘਰ ਦੇ ਅੰਦਰ ਦਾਖਲ ਹੋਇਆ ਤਾਂ ਮਾਲਕਨ ਨੇ ਮੈਨੂੰ ਦੇਖ ਲਿਆ ਤੇ ਜਲਦੀ ਨਾਲ ਆਪਣੀ ਅੱਖਾਂ ਸਾਫ਼ ਕਰਨ ਲੱਗੀ। ਮੈਂ ਉਸ ਦੇ ਵੱਲ ਦੇਖਿਆ, ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ, ਜਿਵੇਂ ਪਿਛਲੇ 2 ਘੰਟੇ ਤੋਂ ਬਸ ਰੋਈ ਜਾ ਰਹੀ ਸੀ। ਮੈਂ ਵੀ ਪਰੇਸ਼ਾਨ ਹੋ ਗਿਆ। ਮੈਂ ਕਿਹਾ, ਮਾਲਕਨ, ਸਭ ਠੀਕ ਤਾਂ ਹੈ? ਕਹਿਣ ਲੱਗੀ, ਹਾਂ ਸਾਰਾ ਕੁਝ ਠੀਕ ਹੈ, ਜਾ ਇਹ ਸਮਾਨ ਰਸੋਈ ਵਿੱਚ ਰੱਖ। ਮੈਂ ਖਾਣਾ ਬਣਾ ਦਿੱਤਾ ਔਰ ਰਸੋਈ ਵਿੱਚ ਹੀ ਰੱਖਿਆ, ਤੂੰ ਵੀ ਖਾਣਾ ਖਾ ਲੈ। ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਜਾ ਕੇ ਬੰਦ ਹੋ ਗਈ। ਮੈਨੂੰ ਬੜੀ ਹੈਰਾਨੀ ਹੋਈ। ਮੇਰੀ ਮਾਲਕਨ ਵੀ ਅਜੀਬ ਹੀ ਸੀ, ਨਾ ਤਾਂ ਉਹ ਕਿਸੇ ਦੇ ਘਰੇ ਜਾਂਦੀ ਸੀ ਤੇ ਨਾ ਹੀ ਕਿਸੇ ਨੂੰ ਮਿਲਦੀ ਜੁਲਦੀ ਸੀ ਤੇ ਨਾ ਹੀ ਕਿਸੇ ਮੁਹੱਲੇ ਦੀ ਔਰਤ ਨੂੰ ਆਪਣੇ ਘਰ ਆਉਣ ਦਿੰਦੀ ਸੀ। ਉਸ ਦਾ ਪਤੀ ਵੈਸੇ ਹੀ ਬਾਹਰਲੇ ਮੁਲਕ ਰਹਿੰਦਾ ਸੀ। ਮੈਨੂੰ ਤਾਂ ਸਮਝ ਨਹੀਂ ਆ ਰਹੀ ਸੀ ਕਿ ਮਾਲਕਨ ਇਕੱਲੀ ਘਰ ਵਿੱਚ ਰਹਿ ਕੇ ਬੋਰ ਨਹੀਂ ਹੁੰਦੀ। ਇਹਨਾਂ ਨੂੰ ਤਾਂ ਚਾਹੀਦਾ ਕਿ ਆਂਢ ਗੁਆਂਢ ਦੇ ਲੋਕਾਂ ਨਾਲ ਦੋਸਤੀ ਵਧਾਵੇ, ਸਾਰੇ ਲੋਕਾਂ ਨਾਲ ਮਿਲ ਜੁਲ ਕੇ ਰਵੇ, ਲੇਕਿਨ ਨਹੀਂ, ਕੋਈ ਵੀ ਮਾਲਕਿਨ ਦੇ ਘਰ ਨਹੀਂ ਆਉਂਦਾ ਸੀ। ਜੇ ਕੋਈ ਗਲਤੀ ਨਾਲ ਉਹਨਾਂ ਦੇ ਘਰ ਆ ਜਾਂਦਾ ਤਾਂ ਮਾਲਕਨ ਉਸ ਦਾ ਇੰਨਾ ਅਪਮਾਨ ਕਰਦੀ ਸੀ ਕਿ ਦੁਬਾਰਾ ਉੱਥੇ ਆਉਣ ਦਾ ਨਾਮ ਨਹੀਂ ਲੈਂਦੇ ਸੀ। ਇਹ ਮੌਨਸੂਨ ਦਾ ਮੌਸਮ ਸੀ, ਇਸ 2 ਮਹੀਨੇ ਵਿੱਚ ਬਰਸਾਤ ਲਾਜ਼ਮੀ ਹੋਣੀ ਸੀ, ਲੇਕਿਨ ਮੈਨੂੰ ਆਪਣੀ ਮਾਲਕਨ ਦੀ ਇਹ ਗੱਲ ਬਹੁਤ ਅਜੀਬ ਲੱਗਦੀ ਸੀ। ਜਦੋਂ ਅਸਮਾਨ 'ਚ ਬੱਦਲ ਹੁੰਦੇ ਤੇ ਮੀਂਹ ਪੈਣ ਵਾਲਾ ਹੁੰਦਾ ਤਾਂ ਮੈਨੂੰ ਪੈਸੇ ਦੇ ਕੇ ਕਹਿੰਦੀ ਕਿ ਜਾ ਘਰ ਵਿੱਚੋਂ ਨਿਕਲ ਜਾ, ਸਮਾਨ ਲੈ ਕੇ ਆ। ਕਦੇ ਕਹਿੰਦੀ ਇੱਥੋਂ ਸਮਾਨ ਲੈ ਕੇ ਆਉਣਾ ਤੇ ਕਦੇ ਕਹਿੰਦੀ ਉੱਥੋਂ। ਕਦੇ ਬਾਜ਼ਾਰ ਤੋਂ ਕੁਝ ਮੰਗਵਾਉਂਦੀ ਤੇ ਕਦੇ ਉਹ ਮੈਨੂੰ ਇਹੋ ਜਿਹੀ ਜਗ੍ਹਾ ਦੱਸਦੀ ਜੋ ਉੱਥੋਂ ਬਹੁਤ ਦੂਰ ਹੁੰਦੀ, ਜਿੱਥੇ ਵਾਪਸ ਆਉਣ ਵਿੱਚ ਮੈਨੂੰ 2-3 ਘੰਟੇ ਲੱਗ ਜਾਂਦੇ ਸੀ। ਜਦੋਂ ਮੈਂ ਘਰ ਆਉਂਦਾ ਤਾਂ ਉਹ ਰੋ ਰਹੀ ਹੁੰਦੀ। ਨਾ ਹੀ ਮੈਨੂੰ ਉਹਨਾਂ ਦੇ ਰੋਣ ਦੀ ਵਜ੍ਹਾ ਸਮਝ ਆਉਂਦੀ ਤੇ ਨਾ ਹੀ ਮੀਂਹ ਵਿੱਚ ਮੈਨੂੰ ਬਾਹਰ ਭੇਜਣ ਦੇ। ਰੋਜ਼ ਮੇਰੀ ਮੀਂਹ ਵਿੱਚ ਜਾਣ ਨਾਲ ਤਬੀਅਤ ਖਰਾਬ ਹੋਣ ਲੱਗ ਰਹੀ ਸੀ। ਅੱਜ ਸਵੇਰ ਤੋਂ ਮੈਨੂੰ ਛਿੱਕਾਂ ਆ ਰਹੀਆਂ ਸੀ ਤੇ ਬੁਖਾਰ ਵੀ ਹੋ ਰਿਹਾ ਸੀ। ਜਦੋਂ ਅੱਜ ਵੀ ਮੀਂਹ ਪੈਣ ਲੱਗਿਆ ਤਾਂ ਮਾਲਕਨ ਕਹਿੰਦੀ, ਜਾ ਬਾਜ਼ਾਰ ਵਿੱਚੋਂ ਸਮਾਨ ਲੈ ਕੇ ਆ। ਮੈਂ ਕਿਹਾ, ਮਾਲਕਨ, ਮੈਂ ਨਹੀਂ ਜਾ ਸਕਦਾ,
ਮੈਨੂੰ ਵੈਸੇ ਵੀ ਬੁਖਾਰ ਬਹੁਤ ਸੀ। ਘਰ ਵਿੱਚ ਵੀ ਬਹੁਤ ਜ਼ਿਆਦਾ ਰਾਸ਼ਨ ਪਿਆ ਸੀ। ਮਹੀਨੇ ਵਿੱਚ ਜੇ ਕੋਈ ਰਾਸ਼ਨ ਨਾ ਵੀ ਲੈ ਕੇ ਆਈਏ ਤਾਂ ਕੋਈ ਜ਼ਰੂਰਤ ਨਹੀਂ ਪੈਣੀ ਸੀ। ਮੇਰੀ ਗੱਲ ਸੁਣ ਕੇ ਉਹ ਪਰੇਸ਼ਾਨ ਹੋ ਗਈ। ਮੇਰੀਆਂ ਅੱਖਾਂ ਤੇ ਚਿਹਰੇ ਨੂੰ ਦੇਖ ਕੇ ਕਹਿਣ ਲੱਗੀ, ਅਜਿਹਾ ਕਰ, ਤੂੰ ਗਰਮ ਦੁੱਧ ਪੀ ਲੈ ਜਿਹੜਾ ਮੈਂ ਤੈਨੂੰ ਦੇਣੀ ਆ, ਤੇ ਨਾਲ ਹੀ ਬੁਖਾਰ ਦੀ ਗੋਲੀ ਖਾ ਲੈ ਤੇ ਆਰਾਮ ਕਰ। ਮੈਨੂੰ ਬੜੀ ਹੈਰਾਨੀ ਹੋਈ ਕਿ ਇਹੋ ਜਿਹੀ ਮਿਹਰਬਾਨੀ ਤਾਂ ਪਹਿਲਾਂ ਮਾਲਕਨ ਨੇ ਕਦੇ ਵੀ ਮੇਰੇ ਨਾਲ ਨਹੀਂ ਕੀਤੀ ਸੀ। ਉਹ ਤਾਂ ਸਿਰ ਮੈਨੂੰ ਇੱਕ ਕੱਪ ਚਾਹ ਤਾਂ ਦਿੰਦੀ ਸੀ ਤੇ ਉਸ ਵਿੱਚ ਵੀ ਦੁੱਧ ਨਾਲ ਜ਼ਿਆਦਾ ਪਾਣੀ ਹੁੰਦਾ ਸੀ, ਪਰ ਦੁੱਧ ਦਾ ਪੂਰਾ ਗਿਲਾਸ। ਮਾਲਕਨ ਨੇ ਮੈਨੂੰ ਦੁੱਧ ਦੇ ਨਾਲ ਬੁਖਾਰ ਦੀ ਗੋਲੀ ਦੇ ਦਿੱਤੀ, ਨਾਲ ਹੀ ਇੱਕ ਹੋਰ ਦਵਾਈ ਦਿੱਤੀ। ਸ਼ਾਇਦ ਉਹ ਨੀਂਦ ਦੀ ਗੋਲੀ ਸੀ। ਜਿਵੇਂ ਹੀ ਮੈਂ ਦੁੱਧ ਦੇ ਨਾਲ ਦਵਾਈ ਖਾ ਲਈ ਤਾਂ ਮੈਂ ਕਹਿਣ ਲੱਗੀ, ਅਜਿਹਾ ਕਰ, ਮੇਰੇ ਨਾਲ ਮੇਰੇ ਕਮਰੇ ਵਿੱਚ ਜਾ ਕੇ ਪੈ ਜਾ। ਇਹ ਸੁਣ ਕੇ ਤਾਂ ਮੈਂ ਪੂਰੀ ਤਰ੍ਹਾਂ ਹੈਰਾਨ ਹੋ ਗਿਆ। ਮੈਂ ਕਿਹਾ, ਮਾਲਕਨ, ਤੁਸੀਂ ਕੀ ਕਹਿ ਰਹੇ ਹੋ? ਮੈਂ ਤੁਹਾਡੇ ਕਮਰੇ ਵਿੱਚ ਕਿਵੇਂ ਜਾ ਸਕਦਾ? ਕਹਿਣ ਲੱਗੀ ਕਿ ਮੀਂਹ ਨਾਲ ਮੌਸਮ ਬਹੁਤ ਠੰਡਾ ਹੋ ਗਿਆ ਤੇ ਕਮਰੇ ਦੀ ਛੱਤ ਚੌਂਦੀ ਰਹਿੰਦੀ ਆ। ਜੇ ਤੂੰ ਹੋਰ ਜ਼ਿਆਦਾ ਬਿਮਾਰ ਹੋ ਗਿਆ ਤਾਂ ਤੈਨੂੰ ਕੌਣ ਸੰਭਾਲੇਗਾ? ਮੈਂ ਤੇਰੇ ਇੰਨੇ ਨਖਰੇ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਤੂੰ ਕਮਰੇ ਵਿੱਚ ਸੌ ਜਾ। ਘਰ ਵਿੱਚ ਹੋਰ ਵੀ ਕਮਰੇ ਸੀ, ਮੈਂ ਉੱਥੇ ਪੈ ਜਾਵਾਂਗੀ। ਮੈਂ ਕਿਹਾ, ਮਾਲਕਨ, ਮੈਨੂੰ ਤੁਸੀਂ ਦੱਸ ਦਿਓ ਹੋਰ ਕਮਰੇ ਦਾ, ਮੈਂ ਤੁਹਾਡੇ ਕਮਰੇ ਵਿੱਚ ਨਹੀਂ ਸੌ ਸਕਦਾ। ਮੈਨੂੰ ਇਹ ਗੱਲ ਬਹੁਤ ਅਜੀਬ ਲੱਗ ਰਹੀ ਸੀ। ਆਪਣੀ ਮਾਲਕਨ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਉਹ ਮੈਨੂੰ ਆਪਣਾ ਕਮਰਾ ਦੇ ਰਹੀ ਸੀ, ਜਦ ਕਿ ਘਰ ਦੇ ਵਿੱਚ ਹੋਰ ਕਮਰੇ ਵੀ ਖਾਲੀ ਸੀ। ਜੇ ਉਹਨਾਂ ਨੂੰ ਮੇਰੀ ਇੰਨੀ ਫਿਕਰ ਹੁੰਦੀ ਤਾਂ ਉਹ ਮੈਨੂੰ ਦੂਜੇ ਕਮਰੇ ਦਾ ਵੀ ਕਹਿ ਸਕਦੀ ਸੀ। ਆਪਣਾ ਹੀ ਕਮਰਾ ਕਿਉਂ? ਮੇਰੀ ਗੱਲ ਸੁਣ ਕੇ ਉਹ ਗੁੱਸੇ ਨਾਲ ਮੈਨੂੰ ਘੂਰਨ ਲੱਗੀ ਤੇ ਕਹਿਣ ਲੱਗੀ, ਜੋ ਕਹਿ ਰਹੀ ਹਾਂ ਉਹ ਕਰ, ਜਾ ਮੇਰੇ ਕਮਰੇ ਵਿੱਚ ਜਾ ਕੇ ਸੋ ਜਾ। ਮੈਂ ਬੜਾ ਪਰੇਸ਼ਾਨ ਹੋਇਆ, ਇਨਕਾਰ ਵੀ ਨਹੀਂ ਕਰ ਸਕਦਾ ਸੀ। ਇੱਕ ਤਾਂ ਬੁਖਾਰ ਤੇ ਦੂਜਾ ਨੀਂਦ ਦੀ ਦਵਾਈ ਦਾ ਅਸਰ ਹੋਣ ਲੱਗਿਆ। ਹੌਲੀ ਹੌਲੀ ਮੈਂ ਕਮਰੇ 'ਚ ਗਿਆ ਤੇ ਬੈੱਡ ਤੇ ਜਾ ਕੇ ਪੈ ਗਿਆ। 5 ਮਿੰਟ ਲੱਗੇ, ਮੈਨੂੰ ਗਹਿਰੀ ਨੀਂਦ ਆ ਚੁੱਕੀ ਸੀ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰਾ ਪੂਰਾ ਜਿਸਮ ਦਰਦ ਨਾਲ ਭੰਨਿਆ ਪਿਆ ਸੀ। ਸ਼ਾਇਦ ਹਾਲੇ ਤੱਕ ਮੈਨੂੰ ਬੁਖਾਰ ਸੀ। ਮੈਂ ਬੜੀ ਮੁਸ਼ਕਲ ਨਾਲ ਉੱਠ ਕੇ ਬੈਠਿਆ, ਲੇਕਿਨ ਜਦੋਂ ਹੀ ਮੇਰੀ ਨਜ਼ਰ ਸਾਹਮਣੇ ਪਈ ਤਾਂ ਮੇਰੇ ਹੋਸ਼ ਉੱਡ ਗਏ। ਸਾਹਮਣੇ ਮਾਲਕਨ ਖੜੀ ਸੀ, ਆਪਣੀ ਅਲਮਾਰੀ ਵਿੱਚ ਨਾ ਜਾਣੇ ਕੀ ਕੱਢ ਰਹੀ ਸੀ। ਮੇਰੀ ਕੋਸ਼ਿਸ਼ ਤਾਂ ਇਹੀ ਸੀ ਕਿ ਮੈਂ ਚੁੱਪ ਕਰਕੇ ਕਮਰੇ ਵਿੱਚੋਂ ਬਾਹਰ ਨਿਕਲ ਜਾਵਾਂ। ਜ਼ਾਹਿਰ ਜਿਹੀ ਗੱਲ ਆ ਕਿ ਮਾਲਕਨ ਦਾ ਕਮਰਾ ਸੀ, ਉਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਇੱਥੇ ਹੀ ਹੋਣੀਆਂ ਸੀ। ਨਾ ਜਾਣੇ ਉਹਨਾਂ ਨੇ ਮੈਨੂੰ ਆਪਣੇ ਕਮਰੇ ਵਿੱਚ ਰਾਤ ਨੂੰ ਕਿਉਂ ਸੌਣ ਲਈ ਕਿਹਾ। ਮੈਂ ਬਹੁਤ ਮੁਸ਼ਕਿਲ ਨਾਲ ਉੱਠ ਕੇ ਖੜਾ ਹੋ ਗਿਆ, ਲੇਕਿਨ ਮੇਰਾ ਸਿਰ ਅਜੇ ਪੂਰੀ ਤਰ੍ਹਾਂ ਚਕਰਾ ਰਿਹਾ ਸੀ। ਹੌਲੀ ਹੌਲੀ ਚੱਲਦੇ ਹੋਏ ਮੈਂ ਕਮਰੇ ਤੋਂ ਬਾਹਰ ਗਿਆ ਤਾਂ ਕੁਝ ਦੇਰ ਬਾਅਦ ਮਾਲਕਨ ਆਈ ਤੇ ਕਹਿਣ ਲੱਗੀ, ਤੂੰ ਕਿਉਂ ਬਾਹਰ ਆ ਗਿਆ? ਮੈਂ ਤਾਂ ਬਸ ਆਪਣੀ ਜ਼ਰੂਰੀ ਚੀਜ਼ ਲੈਣ ਗਈ ਸੀ, ਜਾ ਕੇ ਅੰਦਰ ਆਰਾਮ ਕਰ, ਮੈਂ ਤੇਰੇ ਲਈ ਨਾਸ਼ਤਾ ਬਣਾ ਦਿੰਦੀ ਹਾਂ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮਾਲਕਨ ਮੇਰੇ ਤੇ ਇੰਨੀ ਮਿਹਰਬਾਨ ਕਿਸ ਲਈ ਹੋ ਰਹੀ ਸੀ। ਨਾ ਜਾਣੇ ਕਿਉਂ ਮੈਨੂੰ ਕੁਝ ਗੜਬੜ ਦਾ ਅਹਿਸਾਸ ਹੋਣ ਲੱਗਿਆ। ਅਜਿਹਾ ਲੱਗ ਰਿਹਾ ਸੀ ਕਿ ਜੋ ਕੁਝ ਹੋ ਰਿਹਾ ਠੀਕ ਨਹੀਂ। ਉਹ ਇੱਕ ਅਜੀਬ ਜਿਹੀ ਔਰਤ ਸੀ ਤੇ ਬਹੁਤ ਹੀ ਖੂਬਸੂਰਤ। ਮੰਨਿਆ ਕਿ ਉਸ ਦੀ ਉਮਰ 34 ਸਾਲ ਦੇ ਲਗਭਗ ਸੀ, ਲੇਕਿਨ ਜਵਾਨ ਤੇ ਖੂਬਸੂਰਤ ਮੈਨੂੰ ਉਸ ਦੇ ਕਮਰੇ ਵਿੱਚ ਰਹਿਣਾ, ਉੱਠਣਾ ਬੈਠਣਾ ਬਿਲਕੁਲ ਸਹੀ ਨਹੀਂ ਲੱਗ ਰਿਹਾ ਸੀ। ਮੈਂ ਕਿਹਾ, ਨਹੀਂ ਮਾਲਕਨ, ਮੈਂ ਇੱਥੇ ਹੀ ਠੀਕ ਹਾਂ, ਮੈਂ ਚੱਲਦਾ। ਮੈਂ ਆਪਣੇ ਕੁਆਟਰ ਵਿੱਚ ਜਾ ਕੇ ਮੰਜੇ ਤੇ ਪੈ ਗਿਆ, ਲੇਕਿਨ ਫਿਰ ਮੈਨੂੰ ਅਹਿਸਾਸ ਹੋਇਆ ਕਿ ਪਾਣੀ ਦੇ ਕਾਰਨ ਮੇਰਾ ਮੰਜਾ ਭਿੱਜ ਗਿਆ ਸੀ ਤੇ ਹੁਣ ਮੈਂ ਗਿੱਲੇ ਬਿਸਤਰੇ ਤੇ ਹੀ ਪੈ ਗਿਆ। ਮੈਨੂੰ ਬੁਖਾਰ ਪਹਿਲਾਂ ਵਾਂਗ ਹੀ ਸੀ, ਇਸ ਲਈ ਕੰਬਣੀ ਹੋਣ ਲੱਗੀ। ਮਾਲਕਨ ਮੇਰੇ ਲਈ ਨਾਸ਼ਤਾ ਬਣਾ ਕੇ ਲੈ ਕੇ ਆਈ। ਜਦੋਂ ਮੈਨੂੰ ਕੰਬਦੇ ਨੂੰ ਦੇਖਿਆ ਤਾਂ ਕਹਿਣ ਲੱਗੀ, ਆਪਣੀ ਜਿੱਦ ਦਾ ਨਤੀਜਾ ਦੇਖ ਲਿਆ। ਕਹਿ ਰਹੀ ਸੀ ਕਿ ਮੇਰੇ ਕਮਰੇ ਵਿੱਚ ਜਾ ਕੇ ਪੈ, ਲੇਕਿਨ ਤੂੰ ਬਹੁਤ ਢੀਠ ਹੈ। ਇਹ ਕਹਿ ਕੇ ਉਸਨੇ ਟਰੇ ਨੂੰ ਇੱਕ ਸਾਈਡ ਰੱਖਿਆ ਤੇ ਮੈਨੂੰ ਬਾਂਹ ਤੋਂ ਫੜ ਕੇ ਸਹਾਰਾ ਦੇਣ ਲੱਗੀ ਤਾਂ ਕਿ ਮੈਂ ਖੜਾ ਹੋ ਸਕਾਂ। ਇਸ ਵਕਤ ਮੈਂ ਬੁਖਾਰ ਦੀ ਵਜ੍ਹਾ ਨਾਲ ਕਮਜ਼ੋਰੀ ਦਾ ਸ਼ਿਕਾਰ ਹੋ ਗਿਆ ਸੀ। ਮੈਂ ਉਸ ਦੇ ਸਹਾਰੇ ਨਾਲ ਉੱਠਿਆ, ਲੇਕਿਨ ਇਸ ਦੇ ਬਾਅਦ ਮੈਂ ਉਸ ਦਾ ਹੱਥ ਪਿੱਛੇ ਕਰ ਦਿੱਤਾ ਤੇ ਚੱਲਦੇ ਹੋਏ ਮਾਲਕਨ ਦੇ ਕਮਰੇ ਵਿੱਚ ਜਾ ਕੇ ਬੈਠ ਗਿਆ। ਉਹਨਾਂ ਨੇ ਮੈਨੂੰ ਨਾਸ਼ਤਾ ਦਿੱਤਾ ਤੇ ਫਿਰ ਦਵਾਈ ਦੇ ਦਿੱਤੀ। ਰਾਤ ਤੱਕ ਮੇਰਾ ਬੁਖਾਰ ਉਤਰ ਚੁੱਕਿਆ ਸੀ। ਮੇਰੀ ਸਿਹਤ ਕਾਫੀ ਹੱਦ ਤੱਕ ਸਹੀ ਹੋ ਗਈ ਸੀ। ਪੂਰਾ ਦਿਨ ਮਾਲਕਨ ਨੇ ਮੇਰੀ ਬਹੁਤ ਸੇਵਾ ਕੀਤੀ। ਮੈਂ ਕਿਹਾ, ਤੁਸੀਂ ਬਹੁਤ ਚੰਗੇ ਹੋ। ਮੈਨੂੰ ਤਾਂ ਲੱਗਿਆ ਸੀ ਕਿ ਤੁਸੀਂ ਬਹੁਤ ਹੀ ਗਰਮ ਮਿਜਾਜ ਵਾਲੀ ਔਰਤ ਹੋ। ਇਹ ਸੁਣ ਕੇ ਉਸ ਦੇ ਚਿਹਰੇ ਤੇ ਅਜੀਬ ਜਿਹੀ ਰੰਗਤ ਛਾ ਗਈ। ਉਹ ਕਿਸੇ ਗਹਿਰੀ ਸੋਚ ਵਿੱਚ ਚਲੀ ਗਈ।
ਤੇ ਕਹਿਣ ਲੱਗੀ, ਚੰਗੀ ਤਾਂ ਨਹੀਂ, ਬਹੁਤ ਬੁਰੀ ਹਾਂ। ਇਹ ਕਹਿਣ ਤੋਂ ਬਾਅਦ ਉਹਨਾਂ ਨੇ ਆਪਣੀਆਂ ਅੱਖਾਂ ਦੇ ਹੰਝੂ ਸਾਫ਼ ਕੀਤੇ ਤੇ ਫੌਰਨ ਕਮਰੇ ਤੋਂ ਬਾਹਰ ਚਲੀ ਗਈ। ਮੈਨੂੰ ਬੜੀ ਹੈਰਾਨੀ ਹੋਈ ਕਿ ਆਖਿਰ ਮਸਲਾ ਕੀ ਆ। ਅੱਜ ਰਾਤ ਫਿਰ ਤੇਜ਼ ਮੀਂਹ ਹੋਇਆ। ਜਿਵੇਂ ਹੀ ਮੀਂਹ ਤੇਜ਼ ਹੋਇਆ ਤਾਂ ਮਾਲਕਨ ਦਾ ਰੰਗ ਉੱਡਣ ਲੱਗਿਆ ਤੇ ਕਹਿਣ ਲੱਗੀ, ਨਾ ਜਾਣੇ ਕਿਉਂ ਇਹ ਰੋਜ਼-ਰੋਜ਼ ਮੀਂਹ ਪੈ ਜਾਂਦਾ। ਜਦੋਂ ਇਹ ਮੌਸਮ ਬਦਲ ਲੱਗੇ ਤਾਂ ਮੇਰੀ ਜਾਨ ਨੂੰ ਸਕੂਨ ਮਿਲੇਗਾ। ਮੈਂ ਬਹੁਤ ਹੈਰਾਨ ਸੀ ਇਸ ਮੀਂਹ ਦੇ ਕਾਰਨ। ਤਾਂ ਮਾਲਕਨ ਕਹਿਣ ਲੱਗੀ ਕਿ ਤੂੰ ਨਹੀਂ ਜਾਣਦਾ, ਇਹ ਮੀਂਹ ਮੇਰਾ ਦੁਸ਼ਮਣ ਹੈ। ਮੈਂ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ। ਫਿਰ ਉਹਨਾਂ ਨੇ ਮੈਨੂੰ ਦੁੱਧ ਦਾ ਗਿਲਾਸ ਦਿੱਤਾ ਤੇ ਨਾਲ ਹੀ ਨੀਂਦ ਦੀ ਗੋਲੀ ਦੇ ਦਿੱਤੀ। ਮੈਂ ਕਿਹਾ, ਮਾਲਕਨ ਮੈਂ ਕਿਉਂ ਖਾਵਾਂ, ਹੁਣ ਤਾਂ ਮੈਨੂੰ ਬੁਖਾਰ ਨਹੀਂ। ਕਹਿਣ ਲੱਗੀ ਕਿ ਬਸ ਤੂੰ ਇਹ ਖਾ ਲੈ ਤੇ ਮੇਰੇ ਕਮਰੇ ਵਿੱਚ ਜਾ ਕੇ ਸੋ ਜਾ। ਮੈਂ ਕਿਹਾ, ਨਹੀਂ, ਹੁਣ ਮੈਂ ਠੀਕ ਹਾਂ ਤੇ ਮੈਂ ਆਪਣੇ ਕਮਰੇ ਵਿੱਚ ਹੀ ਸੋ ਸਕਦਾ। ਇਸ ਵਾਰ ਮੈਂ ਨੀਂਦ ਦੀ ਗੋਲੀ ਨਹੀਂ ਖਾਧੀ, ਬਸ ਮਾਲਕਨ ਨੂੰ ਦਿਖਾਵੇ ਦੇ ਲਈ ਅਜਿਹਾ ਕੀਤਾ ਜਿਵੇਂ ਮੈਂ ਗੋਲੀ ਮੂੰਹ ਵਿੱਚ ਪਾ ਲਈ ਹੋਵੇ। ਲੇਕਿਨ ਮੈਂ ਹੱਥ ਵਿੱਚ ਉਹ ਗੋਲੀ ਪਿੱਛੇ ਰੱਖ ਲਈ ਸੀ ਜੋ ਕਿ ਮਾਲਕਨ ਦੇ ਨਜ਼ਰ ਨਾ ਆਵੇ। ਮੈਂ ਦੁੱਧ ਦਾ ਗਿਲਾਸ ਪੀਤਾ ਤੇ ਇਸ ਤਰ੍ਹਾਂ ਕਰਨ ਲੱਗਾ ਜਿਵੇਂ ਮੈਨੂੰ ਨੀਂਦ ਆ ਰਹੀ ਹੋਵੇ। ਮੈਂ ਘਰ ਦੇ ਦੂਸਰੇ ਕੰਮਾਂ ਵਿੱਚ ਜਾ ਕੇ ਪੈ ਗਿਆ ਕਿਉਂਕਿ ਮੇਰੇ ਕਮਰੇ ਵਿੱਚ ਮੀਂਹ ਦਾ ਪਾਣੀ ਆ ਜਾਂਦਾ ਸੀ ਤੇ ਇਸ ਕਮਰੇ ਦੀ ਖਿੜਕੀ ਬਿਲਕੁਲ ਵਿਹੜੇ ਦੇ ਵੱਲ ਖੁੱਲ੍ਹਦੀ ਸੀ। ਹਾਲਾਂਕਿ ਮਾਲਕਨ ਦਾ ਕਮਰਾ ਅੰਦਰ ਵੱਲ ਸੀ, ਉੱਥੇ ਮੈਨੂੰ ਵਿਹੜਾ ਸਾਫ਼ ਨਜ਼ਰ ਨਹੀਂ ਆਉਂਦਾ ਸੀ। ਮੈਂ ਦੇਖਣਾ ਚਾਹੁੰਦਾ ਸੀ ਕਿ ਆਖਰ ਮਾਲਕਨ ਨੂੰ ਮੀਂਹ ਨਾਲ ਕੀ ਪਰੇਸ਼ਾਨੀ ਹੁੰਦੀ ਆ। ਉਹ ਮੈਨੂੰ ਕਿਉਂ ਬਾਹਰ ਭੇਜ ਦਿੰਦੀ ਸੀ। ਜਦੋਂ ਮੈਂ ਆਉਂਦਾ ਸੀ ਤਾਂ ਉਹ ਰੋ ਰਹੀ ਹੁੰਦੀ ਸੀ। ਮੈਂ ਲੁੱਕ ਕੇ ਕਮਰੇ ਦੀ ਖਿੜਕੀ ਕੋਲ ਜਾ ਕੇ ਖੜਾ ਹੋ ਗਿਆ ਤੇ ਮੈਨੂੰ ਲੱਗਿਆ ਕਿ ਜਿਵੇਂ ਵਿਹੜੇ ਵਿੱਚ ਕੋਈ ਪਰੇਸ਼ਾਨੀ ਹੋਵੇ, ਕਿਉਂਕਿ ਜਦੋਂ ਵੀ ਹੁੰਦਾ ਸੀ ਤਾਂ ਮੇਰੀ ਮਾਲਕਨ ਬਾਹਰ ਵਿਹੜੇ ਨੂੰ ਦੇਖਦੀ ਰਹਿੰਦੀ ਸੀ। ਹੁਣ ਮੀਂਹ ਪੈ ਰਿਹਾ ਸੀ, ਮੈਨੂੰ ਪੱਕਾ ਯਕੀਨ ਸੀ ਕਿ ਮਾਲਕਨ ਵਿਹੜੇ ਵਿੱਚ ਜ਼ਰੂਰ ਜਾਵੇਗੀ। ਮੈਂ ਹਾਲੇ ਸੋਚ ਹੀ ਰਿਹਾ ਸੀ ਕਿ ਮਾਲਕਨ ਵਿਹੜੇ ਦੇ ਵਿੱਚ ਆ ਗਈ। ਬਿਲਕੁਲ ਕੱਚੀ ਮਿੱਟੀ ਦਾ ਵਿਹੜਾ ਸੀ। ਇੱਕ ਕੋਨੇ ਵਿੱਚ ਜਾ ਕੇ ਮਿੱਟੀ ਪੁੱਟਣ ਲੱਗੀ। ਮੈਨੂੰ ਹੈਰਾਨੀ ਹੋਈ ਕਿ ਕਿਉਂ ਮਿੱਟੀ ਚੁੱਕ ਕੇ ਦੂਜੇ ਕੋਨੇ 'ਚ ਸੁੱਟ ਰਹੀ ਹੈ। ਉਸ ਦੇ ਉੱਪਰ ਹੀ ਪਾਉਣ ਲੱਗੀ, ਉਸ ਨੂੰ ਆਪਣੇ ਹੱਥਾਂ ਦੇ ਬਰਾਬਰ ਕਰਨ ਲੱਗੀ। ਮੈਨੂੰ ਲੱਗ ਰਿਹਾ ਸੀ ਇਸ ਮਿੱਟੀ ਵਿੱਚ ਉਹ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਾਂ ਮਿੱਟੀ ਦੇ ਅੰਦਰ ਕੋਈ ਇਹੋ ਜਿਹੀ ਚੀਜ਼ ਆ ਜੋ ਮੀਂਹ ਨਾਲ ਦਿਖਾਈ ਨਾ ਦੇਵੇ। ਉਹਨਾਂ ਨੂੰ ਡਰ ਸੀ ਕਿ ਮਿੱਟੀ ਹਟਣ ਤੋਂ ਬਾਅਦ ਅੰਦਰ ਦੀ ਚੀਜ਼ ਕਿਸੇ ਨੂੰ ਦਿਸ ਨਾ ਜਾਵੇ। ਮਾਲਕਾਂ ਦਾ ਕੋਈ ਸ਼ਾਇਦ ਗਹਿਣਾ ਹੋਵੇ ਜਾਂ ਪੈਸੇ ਜੋ ਮਾਲਕਨ ਛੁਪਾਉਣਾ ਚਾਹੁੰਦੀ ਸੀ ਤੇ ਮੈਨੂੰ ਵੀ ਬਾਹਰ ਭੇਜ ਦਿੰਦੀ ਸੀ। ਮੈਨੂੰ ਯਾਦ ਆਉਣ ਲੱਗਿਆ ਜਦੋਂ ਮੈਂ ਬਾਹਰ ਤੋਂ ਘਰ ਆਉਂਦਾ ਸੀ ਤਾਂ ਮਾਲਕਨ ਦੇ ਕੱਪੜਿਆਂ 'ਤੇ ਮਿੱਟੀ ਲੱਗੀ ਹੁੰਦੀ ਸੀ ਤੇ ਉਹ ਰੋ ਰਹੀ ਹੁੰਦੀ ਸੀ। ਇੱਕ ਦਿਨ ਉਹ ਕੋਨੇ 'ਚੋਂ ਮਿੱਟੀ ਇਕੱਠੀ ਕਰ ਰਹੀ ਸੀ। ਉਸ ਦਾ ਪੂਰਾ ਹਿੱਸਾ ਮਿੱਟੀ ਨਾਲ ਢੱਕਿਆ ਹੁੰਦਾ ਸੀ। ਪਹਿਲਾਂ ਤਾਂ ਮੈਂ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ, ਲੇਕਿਨ ਅੱਜ ਮੈਨੂੰ ਕੋਈ ਯਾਦ ਆ ਰਿਹਾ ਸੀ। ਕੁਝ ਦੇਰ ਇਸ ਤਰ੍ਹਾਂ ਹੀ ਕਰਦੀ ਰਹੀ ਤੇ ਫਿਰ ਰੋਣ ਲੱਗੀ ਤੇ ਰੋਂਦੇ ਰੋਂਦੇ ਆਪਣੇ ਕਮਰੇ 'ਚ ਚਲੀ ਗਈ। ਮੈਂ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਤੇ ਉਸ ਮਿੱਟੀ ਨੂੰ ਹਟਾ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਇਸ ਵਿੱਚ ਤਾਂ ਕਿਸੇ ਦੇ ਕੰਗਾਲ ਦੀਆਂ ਹੱਡੀਆਂ ਪਈਆਂ ਸੀ। ਮੈਂ ਹੈਰਾਨ ਹੋ ਗਿਆ। ਵਿਹੜੇ ਵਿੱਚ ਕਿਸੇ ਦੇ ਕੰਗਾਲ ਹਨ ਤਾਂ ਉਹ ਘਬਰਾ ਗਈ। ਉਸਨੇ ਮੈਨੂੰ ਦੱਸਣ ਤੋਂ ਸਾਫ਼ ਮਨਾ ਕਰ ਦਿੱਤਾ ਤੇ ਮੈਂ ਕਿਹਾ ਕਿ ਮੈਂ ਪੁਲਿਸ ਨੂੰ ਦੱਸ ਦੇਵਾਂਗਾ, ਨਹੀਂ ਤਾਂ ਮੈਨੂੰ ਦੱਸ ਦਿਓ। ਤਾਂ ਮਾਲਕਨ ਨੇ ਉਹ ਰਾਜ਼ ਮੈਨੂੰ ਦੱਸਿਆ ਜਿਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੇਰੀ ਮਾਲਕਨ ਨੇ ਦੱਸਿਆ, ਮੇਰਾ ਪਤੀ ਬਾਹਰਲੇ ਮੁਲਕ ਨਹੀਂ ਗਿਆ, ਬਲਕਿ 9 ਮਹੀਨੇ ਪਹਿਲਾਂ ਮਾਲਕ ਤੇ ਮਾਲਕਨ ਦਾ ਝਗੜਾ ਹੋ ਗਿਆ ਸੀ। ਝਗੜੇ ਦੀ ਵਜ੍ਹਾ ਨਾਲ ਮੇਰੀ ਮਾਲਕਨ ਨੇ ਗੁੱਸੇ ਵਿੱਚ ਆ ਕੇ ਆਪਣੇ ਪਤੀ ਤੇ ਚਾਕੂ ਮਾਰ ਦਿੱਤਾ ਸੀ, ਪਰ ਉਸ ਨੂੰ ਡਰ ਸੀ ਕਿ ਪੁਲਿਸ ਨੂੰ ਪਤਾ ਨਾ ਲੱਗ ਜਾਵੇ, ਇਸ ਲਈ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਜਾਵੇਗੀ। ਇਸ ਲਈ ਉਸਨੇ ਆਪਣੇ ਪਤੀ ਨੂੰ ਵਿਹੜੇ ਦੇ ਵਿਚਾਲੇ ਹੀ ਨੱਪ ਦਿੱਤਾ। ਲੇਕਿਨ ਉਹ ਇੱਕ ਔਰਤ ਸੀ ਤੇ ਡੂੰਘਾ ਮਿੱਟੀ ਦਾ ਟੋਆ ਪੁੱਟ ਨਾ ਸਕੀ। ਇਸ ਲਈ ਜਦੋਂ ਮੀਂਹ ਪੈਂਦਾ ਸੀ ਤਾਂ ਉਸ ਨੂੰ ਡਰ ਲੱਗਦਾ ਸੀ ਕਿ ਉਸ ਦੇ ਪਤੀ ਦੀਆਂ ਹੱਡੀਆਂ ਦੇ ਟੁਕੜੇ ਕੋਈ ਦੇਖ ਨਾ ਲਵੇ, ਜੋ ਕਿ ਮੈਂ ਦੇਖ ਚੁੱਕਿਆ ਸੀ। ਮੇਰੀ ਮਾਲਕਨ ਮੈਨੂੰ ਦੇਖ ਕੇ ਰੋਣ ਲੱਗੀ, ਮੇਰੇ ਸਾਹਮਣੇ ਹੱਥ ਜੋੜਨ ਲੱਗੀ ਤੇ ਕਹਿਣ ਲੱਗੀ ਕਿ ਮੈਂ ਇਸ ਰਾਜ ਨੂੰ ਰਾਜ ਰਹਿਣ ਦੇਵਾਂ। ਮੈਂ ਤੈਨੂੰ ਬਹੁਤ ਸਾਰੇ ਪੈਸੇ ਦੇਵਾਂਗੀ, ਕਿਉਂਕਿ ਮਾਲਕਨ ਨੇ ਜੋ ਕੁਝ ਕੀਤਾ ਗੁੱਸੇ ਵਿੱਚ ਆ ਕੇ ਗਲਤ ਕੀਤਾ ਤੇ ਉਹ ਇਸ 'ਤੇ ਬਹੁਤ ਪਛਤਾਉਂਦੀ ਹੈ। ਇਸ ਲਈ ਕਹਿੰਦੇ ਹਨ ਕਿ ਗੁੱਸਾ ਜਾਨ ਦਾ ਦੁਸ਼ਮਣ ਹੁੰਦਾ। ਗੁੱਸੇ ਵਿੱਚ ਕਦੇ ਵੀ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਆਪਣੇ ਆਪ 'ਤੇ ਕੰਟਰੋਲ ਰੱਖਣਾ ਚਾਹੀਦਾ। ਗੁੱਸੇ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਗੁੱਸੇ ਨੂੰ ਕਦੇ ਵੀ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ, ਜਿਸ ਦਾ ਨਤੀਜਾ ਫਿਰ ਬਾਅਦ ਵਿੱਚ ਭਿਆਨਕ ਮਿਲਦੇ ਹਨ।